ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ ਤੀਜੀ ਸ਼ਲੋਕ। ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟਡੋਲ, ਪੂਜਸ ਨਾਹੀਂ ਹਰ ਹਰਿ ਨਾਨਕ ਨਾਮ ਅਮੋਲ। ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟਡੋਲ, ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ। ਪਹਿਲੀ ਅਸ਼ਟਪਦੀ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਵੇਦ ਪੁਰਾਣ ਸਿਮਰਤ ਸੁਦਾਖਰ, ਕੀਨੇ ਰਾਮ ਨਾਮ ਇੱਕ ਅੱਖਰ। ਪੁਰਾਣਕ ਧਰਮਕ ਗਿਆਨ ਸਾਰੇ ਸੰਸਾਰੀ ਮੱਤਾਂ ਪਿੱਛੇ ਤੋਂ ਜੋ ਅਸੀਂ ਕਰਦੇ ਆਏ ਹਾਂ ਉਹ ਕਰਦੇ ਹੀ ਰਹਿਣਗੇ ਜਦ ਤੱਕ ਸੰਸਾਰ ਚੱਲਦਾ ਹੈ। ਉਹ ਸਾਰਿਆਂ ਨੂੰ ਸੋਧ ਕੇ ਸਤਿਗੁਰਾਂ ਨੇ ਸਾਨੂੰ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਭਗਤ ਗੁਰੂ ਸਾਹਿਬਾਨਾਂ ਦੀ ਇਹ ਜੀਵਨੀ, ਇਹ ਕਮਾਈ ਸੰਸਾਰ ਨੂੰ ਤਰਨ ਖਾਤਰ ਉਹਨਾਂ ਨੇ ਦਿੱਤੀ ਹੈ। ਆਪਾਂ ਉਹਨਾਂ ਦੇ ਪਿੱਛੇ ਚੱਲ ਕੇ ਗੁਰੂ ਭਗਤਾਂ ਦਰਸਾਏ ਰਸਤੇ 'ਤੇ ਆਪਾਂ ਜੀਵਨ ਸਫਲ ਕਰਨਾ, ਅਤੇ ਜੀਵਨ ਆਪਣਾ ਤਾਂ ਸਫਲ ਹੋਊ ਜੇ ਆਪਾਂ ਬਾਣੀ ਨੂੰ ਸੱਤ ਕਰਕੇ ਮੰਨਾਂਗੇ। ਨਦੀਆਂ ਪਵਹਿ ਸਮੁੰਦ ਨਾ ਜਾਣੀਆਂ, ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ। ਇਵੇਂ ਗੁਰਸਿੱਖ ਸੰਗਤ ਨੇ ਜੋ ਜੋ ਜਪੇ ਤਿਸ ਕੀ ਗਤ ਹੋਏ, ਜੋ ਵੀ ਇਹਨੂੰ ਸਮਝੂਗਾ ਉਹਦੀ ਗਤੀ ਹੋਊਗੀ। ਆਪਾਂ ਇੱਥੇ ਚੱਲਣਾ ਹੈ, ਬਾਣੀ ਨੂੰ ਸੱਤ ਕਰਕੇ ਮੰਨਣਾ ਵਾ। ਸ਼ਲੋਕ ਦੇ ਵਿੱਚ ਸਤਿਗੁਰ ਸਮਝਾ ਰਹੇ ਨੇ, ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਟਡੋਲ, ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ। ਪਿੱਛੇ ਤੋਂ ਜੋ ਮੱਤਾਂ ਚੱਲਦੀਆਂ ਆ ਰਹੀਆਂ ਸਾਰੀਆਂ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ ਪਹਿਲੀ ਅਸ਼ਟਪਦੀ 'ਚ, ਵੀ ਉਹ ਜਿੰਨੇ ਵੀ ਅਸੀਂ ਕਰਮ ਕੀਤੇ ਨੇ, ਕਰਦੇ ਨੇ ਔਰ ਕਰਦੇ ਰਹਾਂਗੇ, ਉਹ ਸਾਰੇ ਸਰੀਰਕ ਦੀਆਂ ਲੋੜਾਂ ਕਰਕੇ। ਸੰਸਾਰੀ ਜੀਵ ਆ ਅਸੀਂ, ਸਾਨੂੰ ਸੱਚ ਦਾ ਗਿਆਨ ਹੁੰਦਾ ਨਹੀਂ, ਇਹਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ ਉਹ ਸਾਡੀ ਪਕੜ ਤੋਂ ਚਲੀ ਜਾਂਦੀ ਹੈ। ਕਦੋਂ ਜਾਂਦੀ ਹੈ ਉਹ ਸਤਿਗੁਰਾਂ ਨੇ ਆਪਾਂ ਨੂੰ ਆਨੰਦ ਸਾਹਿਬ 'ਚ ਸਮਝਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਦੋਂ ਹੁਕਮ ਨਾਲ ਜੀਵ ਟੁੱਟ ਜਾਂਦਾ ਹੈ। ਜਦੋਂ ਸੰਸਾਰ 'ਚ ਅਸੀਂ ਜਨਮ ਲੈਂਦੇ ਹਾਂ, ਹੁਕਮ ਨਾਲ ਟੁੱਟਣ ਕਰਕੇ ਹੀ ਉਹ ਰੋਂਦਾ ਵਾ। ਉਸ ਤੋਂ ਬਾਅਦ ਅੱਖਾਂ ਖੁੱਲ੍ਹਦੀਆਂ ਨੇ, ਕੰਨ ਸੁਣਦੇ ਨੇ, ਸਾਡੇ ਮਾਇਆ ਦੇ ਰਿਸ਼ਤੇ ਵੱਧਦੇ ਚਲੇ ਜਾਂਦੇ ਆ। ਅਸੀਂ ਭੁੱਲ ਜਾਂਦੇ ਹਾਂ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚਿੱਤ ਨਾ ਆਵੇ। ਜਦੋਂ ਕੁਦਰਤ ਨੇ ਸਾਰੀ ਸ੍ਰਿਸ਼ਟੀ ਇਹ ਸਾਜੀ ਹੈ, ਫਿਰ ਨਾਮ ਦੇ ਬਰਾਬਰ ਇਹ ਕਿਵੇਂ ਹੋ ਸਕਦੀ ਹੈ? ਮਾਇਆ ਤਾਂ ਉਹਨੇ ਸਾਜੀ ਹੈ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਸਾਰਿਆਂ ਦੀ ਪਿੱਤਪਾਲ ਕਰ ਰਿਹਾ ਹੈ। ਪਰ ਸਾਨੂੰ ਉਹਦਾ ਗਿਆਨ ਨਹੀਂ ਹੁੰਦਾ। ਬਾਣੀ ਉਹੀ ਤਾਂ ਗਿਆਨ ਕਰਵਾ ਰਹੀ ਹੈ ਆਪਾਂ ਨੂੰ। ਇੱਕ ਦਾ ਬਾਣੀ ਆਪਾਂ ਨੂੰ ਗਿਆਨ ਕਰਾ ਰਹੀ ਹੈ, ਜੀਵ ਇੱਕ ਹੋਣ ਆਇਆ ਹੈ, ਜੁਗਮੇ ਏਕੇ ਕੋ ਆਇਆ, ਜਨਮਤ ਮੋਇਆ ਮੋਣੀ ਮਾਇਆ। ਮਾਇਆ ਦੇ ਰਿਸ਼ਤਿਆਂ ਨੇ ਮੋਹ ਲਿਆ, ਭੁੱਲ ਗਏ ਅਸੀਂ ਇੱਥੇ ਆ ਕੇ। ਪਰ ਜਿੰਨੇ ਅਸੀਂ ਧਰਮ ਕਰਮ ਕਰਦੇ ਹਾਂ ਉਹ ਸਾਰੇ ਸਰੀਰ ਕਰਕੇ, ਉਹੀ ਸਤਿਗੁਰ ਸਮਝਾ ਰਹੇ ਨੇ। ਉਹਦੇ ਵਿੱਚ ਪੁਰਾਣਕ ਗ੍ਰੰਥਾਂ ਦੇ ਵਿੱਚ, ਸ਼ਾਸਤਰ ਸਿਮਰਤੀਆਂ ਵਿੱਚ ਜੋ ਜੋ ਦੱਸਿਆ ਅਸੀਂ ਉਹ ਕਰਮ ਕਰਦੇ ਆਏ ਹਾਂ ਔਰ ਕਰਦੇ ਨੇ ਜੀ, ਹੁਣ ਵੀ ਲੱਗੇ ਹੋਏ ਨੇ, ਉਹ ਕਰਦੇ ਹੀ ਰਹਿਣਗੇ ਜਦ ਤੱਕ ਸੱਚ ਦਾ ਗਿਆਨ ਨਹੀਂ ਹੁੰਦਾ, ਜਦ ਤੱਕ ਸਾਡਾ ਸੰਸਾਰ 'ਚੋਂ ਛੁਟਕਾਰਾ ਨਹੀਂ ਹੁੰਦਾ। ਕਿਉਂ ਜਿੰਨੇ ਕਰਮ ਨੇ ਉਹ ਸਾਰੇ ਸਰੀਰ ਕਰਕੇ ਨੇ। ਅੱਗੇ ਆ ਜਾਣਾ ਆਪਾਂ ਨੂੰ ਪੂਰੇ ਜਿਹੜਾ ਇਹ ਸ਼ਲੋਕ ਹੁੰਦਾ ਹੈ ਅਸ਼ਟਪਦੀ ਦਾ, ਗਾਹਾਂ ਅੱਠਪਦੀ ਉਹਦੀ ਵਿਆਖਿਆ ਹੁੰਦੀ ਹੈ। ਸਤਿਗੁਰਾਂ ਨੇ ਸਾਨੂੰ ਬਹੁਤ ਬਰੀਕੀ ਸਮਝਾਉਣਾ। ਅੱਗੇ ਹਰ ਇੱਕ ਪਦੇ 'ਚ ਪਰਿਵਰਤਨ ਦੱਸਿਆ ਜਾਂਦਾ ਹੈ, ਕੀ ਕੀ ਅਸੀਂ ਕਰਦੇ ਹਾਂ ਔਰ ਸਾਨੂੰ ਕੀ ਕਰਨਾ ਚਾਹੀਦਾ ਵਾ। ਸਮਝਾਉਂਦੇ ਨੇ, ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਟਡੋਲ, ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ। ਨਾਮ ਤਾਂ ਅਮੋਲ ਹੈ ਭਾਈ। ਨਾਮ ਤਾਂ ਹੁਕਮ ਹੈ, ਹੁਕਮ ਨਾਲ ਤਾਂ ਸ੍ਰਿਸ਼ਟੀ ਸਾਜੀ ਜਾਂਦੀ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਈ।
ਉਹ ਨਿਰਾਕਾਰ ਦੁਨੀਆ ਭਾਵ ਆਕਾਰ ਤੋਂ ਰਹਿਤ, ਉਹ ਨਿਰੰਕਾਰ ਸ਼ਕਤੀ ਜਿਹਦੇ ਨਾਲ ਸ੍ਰਿਸ਼ਟੀ ਸਾਜੀ ਜਾਂਦੀ ਹੈ, ਉਹ ਸਾਡੀ ਪਕੜ ਤੋਂ ਪਰੇ। ਜਦੋਂ ਅਸੀਂ ਜਨਮ ਲੈਂਦੇ ਹਾਂ, ਕੁਦਰਤ ਤਾਂ ਹੈ, ਉਹ ਤਾਂ ਬਹੁਤ ਸਾਡੇ ਨੇੜੇ ਆ, ਪਰ ਸਾਡੀ ਪਕੜ 'ਚ ਨਹੀਂ ਹੁੰਦਾ। ਸਾਡੇ ਮਾਇਆ ਦੇ ਰਿਸ਼ਤੇ ਬਣ ਜਾਂਦੇ ਨੇ, ਮਾਇਆ ਨਾਲ ਜੁੜ ਕੇ ਅਸੀਂ ਕੁਦਰਤ ਨੂੰ ਭੁੱਲ ਜਾਂਦੇ ਹਾਂ। ਭੁੱਲਿਆ ਗੁਰ ਦੇ ਸਮਝਾਏ, ਹੁਣ ਬਾਣੀ ਨੇ ਆਪਾਂ ਨੂੰ ਫਿਰ ਸਮਝਾ ਦੇਣਾ ਵਾ, ਗੁਰ ਉਪਦੇਸ਼ ਨੇ ਸਾਨੂੰ ਫਿਰ ਆਪਦੇ ਘਰ ਪਹੁੰਚਾ ਦੇਣਾ ਵਾ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲਗਾਵੇ, ਆਤਮਾ ਪ੍ਰਾਤਮਾ ਨਾਲੋਂ ਵਿਛੜ ਗਈ ਆਪਦੇ ਮੂਲ ਨੂੰ, ਹਰ ਨਾਲ। ਬਾਣੀ ਹਰ ਕਥਾ ਹੈ, ਪਰ ਜੇ ਇਹਨੂੰ ਸੱਤ ਕਰਕੇ ਮੰਨਾਂਗੇ ਆਪਾਂ ਤਾਂ ਆਪਦੇ ਘਰ ਪਹੁੰਚਾਂਗੇ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਕਰਤਾ ਮੁੱਖੋਂ ਆਪ ਕਢਾਵੇ। ਕਰਤੇ ਪੁਰਖ ਦੀ ਬਾਣੀ ਹੈ। ਪਹਿਲਾ ਸ਼ਲੋਕ ਆਪਾਂ ਵਿਚਾਰਿਆ, ਆਦਿ ਗੁਰੇ ਨਵੇਂ, ਆਪਣਾ ਗੁਰ ਨਾਲ ਹੀ ਰਾਬਤਾ ਕਾਇਮ ਹੋਣਾ ਹੈ। ਉਹੀ ਤਾਂ ਜੀ ਕੇ ਜੀਵ ਨਾ ਮੋਹਿ ਨਾ ਵਿਸਾਰੋ, ਉਹਦੀ ਕਿਰਪਾ ਨਾਲ ਤਾਂ ਜੁਗਾਦ ਗੁਰੇ ਤੋਂ ਭਾਵ ਸਾਡਾ ਜੀਵਨ ਸ਼ੁਰੂ ਹੋ ਜਾਂਦਾ ਹੈ। ਉਹੀ ਤਾਂ ਸਤਿਗੁਰ ਹੈ। ਗੁਰਦੇਵ ਦਾ ਗਿਆਨ ਹੈ ਜਿਹੜੀ ਬਾਣੀ, ਗੁਰੂ ਗ੍ਰੰਥ ਸਾਹਿਬ, ਇਹਨੂੰ ਆਪਾਂ ਸੱਤ ਕਰਕੇ ਮੰਨਣਾ। ਨਦੀਆਂ ਪਾਵੇ ਸਮੁੰਦਰ ਨਾ ਜਾਣੀਏ, ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ ਆਪਾਂ। ਗੁਰੂ ਭਗਤਾਂ ਦੇ ਦਰਸਾਏ ਰਹਿ ਤੇ ਐ ਚੱਲਣਾ ਮੈਂ, ਜਿਵੇਂ ਨਦੀਆਂ ਨਾਲੇ ਸਮੁੰਦਰ ਜਾ ਕੇ ਸਮੁੰਦਰ ਦਾ ਹੀ ਰੂਪ ਹੋ ਜਾਂਦੇ ਨੇ। ਹੁਣ ਆਪਾਂ ਵਿਚਾਰੀਏ ਇਹਨੂੰ, ਸਤਿਗੁਰ ਕੀ ਸਮਝਾਉਣਾ ਚਾਹੁੰਦੇ ਨੇ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢਡੋਲ, ਸਾਰਿਆਂ ਨੂੰ ਢਡੋਲ ਕੇ ਭਾਵ ਚੰਗੀ ਤਰ੍ਹਾਂ ਬਾਝ ਕੇ ਵਿਚਾਰ ਕੇ ਤੁਹਾਨੂੰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਬਣਾਤਾ ਹੈ। ਅੱਜ ਆਪਾਂ ਜਿੰਨਾ ਵੀ ਇਹ ਸਿੱਖ ਧਰਮ ਹੈ, ਜਿਹੜਾ ਆਪਾਂ ਮੰਨਦੇ ਹਾਂ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਚੱਲਣਾ ਵਾ। ਆਪਾਂ ਗੁਰੂ ਘਰ ਵੀ ਜਾਣਾ, ਕਿਤੇ ਵੀ ਧਾਰਮਿਕ ਸਮਾਗਮ ਹੁੰਦੇ ਨੇ ਜਾਂ ਕੀਰਤਨ ਦਰਬਾਰ ਹੁੰਦੇ, ਉੱਥੇ ਗੁਰ ਉਪਦੇਸ਼ ਕਰਨੀ ਧਿਆਨ ਰੱਖਣਾ, ਤਾਂ ਅਸੀਂ ਇਹ ਪਾਰ ਨਿਕਲਾਂਗੇ। ਜਿਹੜੇ ਅਸੀਂ ਪਹਿਲਾਂ ਕਰਮ ਕੀਤੇ ਨੇ ਉਹ ਸਾਰੇ ਸਰੀਰ ਕਰਕੇ ਨੇ, ਉਹ 'ਚ ਸਰੀਰ ਦੀਆਂ ਲੋੜਾਂ ਵੱਧਦੀਆਂ ਚਲੀਆਂ ਜਾਂਦੀਆਂ ਨੇ। ਸਰੀਰ ਦੀਆਂ ਲੋੜਾਂ ਵੀ ਉਹਦੀ ਕਿਰਪਾ ਨਹੀਂ ਪੂਰੀਆਂ ਹੁੰਦੀਆਂ, ਪਰ ਸਾਨੂੰ ਭਰਮ ਹੋ ਜਾਂਦਾ ਹੈ ਵੀ ਸਾਡੀ ਬੁੱਧ ਬਲ ਨਾਲ ਸਾਰਾ ਕੁਝ ਆ ਰਿਹਾ। ਸਾਡੀ ਬੁੱਧ ਬਲ ਨਹੀਂ ਆਉਂਦਾ ਤਾਂ ਫਿਰ ਹੁਕਮ ਦੀ ਕੀ ਲੋੜ ਆ ਭਾਈ। ਸਤਿਗੁਰਾਂ ਨੇ ਬਚਨ ਵੀ ਦਿੱਤੇ ਆਪਾਂ ਨੂੰ, ਅਨੇਕਾਂ ਉਪਦੇਸ਼ ਦੇ ਕੇ ਸਮਝਾਇਆ। ਜਿਸ ਧਨ ਕੋ ਚਾਰ ਕੁੰਟ ਉਠਤਾ ਆਵੇ, ਸੋ ਧਨ ਹਰ ਸੇਵਾ ਤੇ ਪਾਵੇ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੀ। ਜਦੋਂ ਉਹਦੀ ਕਿਰਪਾ ਨਾਲ ਦੇਹੀ ਮਿਲੀ ਹੈ ਤਾਂ ਧਨ ਵੀ ਸੰਸਾਰੀ ਉਹਦੀ ਕਿਰਪਾ ਨਹੀਂ ਮਿਲਦਾ ਵਾ। ਪਰ ਉਹ ਸਾਡਾ ਜਿਹੜਾ ਹੈਗਾ ਆਤਮ ਕਰਮ ਨਹੀਂ ਹੈਗਾ, ਆਤਮ ਗਿਆਨ ਨਹੀਂ ਉਹ 'ਚੋਂ ਹੁੰਦਾ, ਹੰਕਾਰ ਜ਼ਰੂਰ ਹੋ ਜਾਂਦਾ। ਜਿਵੇਂ ਸਰੀਰ ਕਰਕੇ ਅਸੀਂ ਪੂਰਨ ਮੰਨ ਲੈਂਦੇ ਹਾਂ, ਪਰ ਆਤਮ ਕਰਕੇ ਪੂਰਨ ਹੋਣਾ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਨਾਮ ਗਿਆਨ ਤੋਂ ਬਿਨਾਂ, ਗੁਰਸ਼ਬਦ ਦੇ ਗਿਆਨ ਤੋਂ ਬਿਨਾਂ ਇਹ ਕਰਮ ਨਹੀਂ ਛੁੱਟਦਾ। ਗਿਆਨ ਪਿਆ ਤਾਂ ਕਰਮੇ ਨਾਸ, ਭਗਤ ਕਬੀਰ ਜੀ ਸਮਝਾਉਂਦੇ ਨੇ। ਜਦ ਕੋਈ ਵੀ ਗੁਰਸਿੱਖ ਸੰਗਤ ਗੁਰੂ ਭਗਤਾਂ ਦਾ ਦਰਸਾਏ ਰਾਹ 'ਤੇ ਚੱਲਦੀ ਹੈ ਤਾਂ ਉਹਨੂੰ ਗਿਆਨ ਹੁੰਦਾ ਹੈ ਗੁਰਸ਼ਬਦ 'ਚੋਂ, ਫਿਰ ਇਹ ਕਰਮ ਛੁੱਟਦਾ ਹੈ। ਕਰਮ ਛੁੱਟਣਾ, ਸੰਸਾਰ ਛੁੱਟਣਾ ਇੱਕ ਬਰਾਬਰ ਹੀ ਹੈ। ਕੋਈ ਸਤਿਗੁਰ ਸਮਝਾਉਂਦੇ ਨੇ, ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਰਬ ਢਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਅਮੋਲ ਹੈ, ਨਾਮ ਦੇ ਬਰਾਬਰ ਭਾਈ ਕਿਵੇਂ ਹੋ ਸਕਦਾ ਹੈ। ਹੁਕਮ ਨੇ ਤਾਂ ਸ੍ਰਿਸ਼ਟੀ ਸਾਜੀ ਹੈ, ਨਾਮ ਤੋਂ ਭਾਵ ਹੁਕਮ। ਸਾਧ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਬਖਾਣੀਏ, ਇੱਕੋ ਨਾਮ ਹੁਕਮ ਹੈ। ਸਤਿਗੁਰ ਦੀ ਆ ਬਜਾਏ ਜੀਓ। ਨਾਮ ਦੀ ਸੂਹ ਸਾਨੂੰ ਕਿੱਥੇ ਪ੍ਰਾਪਤ ਹੁੰਦੀ ਹੈ, ਜਦੋਂ ਅਸੀਂ ਮ੍ਰਿਤ ਲੋਕ ਪਾਰ ਕਰ ਜਾਂਦੇ ਹਾਂ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲਗਾਵੇ, ਜਿਹੜਾ ਪ੍ਰੀਤਮ ਹੈ, ਆਤਮਾ ਦਾ ਮੂਲ ਹੈ ਹਰ। ਜਦੋਂ ਆਤਮਾ ਪ੍ਰਾਤਮਾ 'ਚ ਲੈਅ ਹੋ ਜਾਂਦੀ ਹੈ, ਆਤਮ ਪਰਮਾਤਮ ਇੱਕੋ ਕਰੇ, ਇੱਕ ਹੋਣਾ, ਉਸ ਤੋਂ ਬਾਅਦ ਸਾਨੂੰ ਨਾਮ ਦੀ ਛੂਹ ਪ੍ਰਾਪਤ ਹੁੰਦੀ ਹੈ। ਉਹ ਦੇਵ ਲੋਕ ਹੈ, ਅਵਸਥਾ ਦੇ ਨਾਂ ਨੇ ਸਤਿਗੁਰਾਂ ਨੇ ਸਮਝਾਇਆ। ਉੱਥੇ ਫਿਰ ਇਹਦੀ ਨਾਮ ਦੀ ਭਗਤੀ ਸ਼ੁਰੂ ਹੁੰਦੀ ਹੈ। ਉਸ ਅਵਸਥਾ 'ਚ ਜਾ ਕੇ ਸਾਨੂੰ ਬਾਣੀ ਸਮਝ ਆਉਣੀ ਹੈ। ਉਸ ਅਵਸਥਾ 'ਚ ਹੀ ਬਾਣੀ ਉਚਰੀ ਜਾਂਦੀ ਹੈ ਇੱਕ ਹੋ ਕੇ, ਆਪਾਂ ਉੱਥੇ ਪਹੁੰਚਣਾ ਵਾ। ਫਿਰ ਉਸ ਅਵਸਥਾ 'ਚ ਜਾ ਕੇ ਹੀ ਹਰ ਗੁਣ ਗਾਏ ਜਾਂਦੇ ਨੇ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਜਦ ਤੱਕ ਅਸੀਂ ਸਹਿਜ ਦੁਨੀਆ 'ਚ ਹੀ ਨਹੀਂ ਪਹੁੰਚੇ, ਦੇਵਲੋਕ ਨਹੀਂ ਪਹੁੰਚੇ, ਹਰੀ ਦਾ ਦਰਸ਼ਨ ਨਹੀਂ ਹੋਇਆ, ਕਿਵੇਂ ਗੁਣ ਗਾਵਾਂਗੇ। ਜਦ ਤੱਕ ਇਹ ਭਰਮ ਰਹਿੰਦਾ ਹੈ, ਇਹ ਭਰਮ ਕਿਵੇਂ ਜਾਊਗਾ। ਨਾਨਕ ਸੂਤਕ ਏਵ ਨਾ ਉਤਰੇ, ਗਿਆਨ ਉਤਾਰੇ ਤੋਏ। ਗੁਰ ਸ਼ਬਦ ਦੇ ਗਿਆਨ ਨਾਲ ਸਾਡੀ ਜਿਹੜੀ ਇਹ ਮਾਇਆ ਪਾਰ ਹੋ ਜਾਂਦੀ ਹੈ। ਉਹ ਸਤਿਗੁਰਾਂ ਨੇ ਸਮਝਾਇਆ ਵੀ ਜਿੰਨੇ ਅਸੀਂ ਪੁਰਾਣਕ ਮੱਤਾਂ ਧਰਮ ਕਰਮ ਕਰਦੇ ਆਏ, ਉਹ ਸਾਰੇ ਸਰੀਰ ਕਰਕੇ ਨੇ। ਆਪਾਂ ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਣੇ, ਚੰਗੀ ਤਰ੍ਹਾਂ ਆਪਾਂ ਨੂੰ ਸਮਝ ਆ ਜਾਵੇ, ਆਪਾਂ ਉਹ ਵਿਚਾਰ ਲੈਂਦੇ ਹਾਂ। 27ਵੀਂ ਪੌੜੀ ਸਤਿਗੁਰ ਸਮਝਾਉਂਦੇ ਨੇ ਆਨੰਦ ਸਾਹਿਬ 'ਚ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਵਾਚੋਂ, ਤੱਤੇ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਆਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰ ਮਨ ਵਸਿਆ, ਬੋਲੇ ਅੰਮ੍ਰਿਤ ਬਾਣੀ। ਇਹ ਅੰਮ੍ਰਿਤ ਬਾਣੀ ਉਹਨਾਂ ਗੁਰੂ ਭਗਤ ਸਾਹਿਬਾਨਾਂ ਨੇ ਆਪਾਂ ਨੂੰ ਦਿੱਤੀ ਹੈ।
ਇਹਨੂੰ ਆਪਾਂ ਵਿਚਾਰਾਂਗੇ, ਸਮਝਾਂਗੇ, ਸਾਨੂੰ ਫਿਰ ਸਮਝ ਆਉਣੀ ਆ ਵੀ ਸਿਮਰਤ ਸ਼ਾਸਤਰ ਜੋ ਅਸੀਂ ਕਰਦੇ ਆਏ ਹਾਂ ਉਹਨਾਂ ਦਾ ਜਿਹੜਾ ਗਿਆਨ ਸਾਨੂੰ, ਜੋ ਅਸੀਂ ਜਪ ਤਪ ਕਰਦੇ ਉਹ ਸਾਰਿਆਂ ਤੋਂ ਵੱਖਰਾ ਆਪਾਂ ਨੂੰ ਸਮਝਾਇਆ। ਜਪਜੀ ਸਾਹਿਬ ਜੀ ਆਪਾਂ ਸਤਿਗੁਰਾਂ ਨੇ ਸਮਝਾਇਆ ਅਸੰਖ ਜਪ, ਅਨੇਕਾਂ ਤਰ੍ਹਾਂ ਦੀ ਵਿਧੀਆਂ ਨੇ ਭਾਈ, ਅਸੰਖ ਪੂਜਾ, ਅਨੇਕਾਂ ਤਰ੍ਹਾਂ ਦੀਆਂ ਕਿਰਿਆਵਾਂ ਨੇ, ਅਸੰਖ ਤਪ ਤਾਓ, ਅਨੇਕਾਂ ਵਿਧੀਆਂ ਨੇ ਹੋਈ ਸਿਮਰਤ ਸ਼ਾਸਤਰਾਂ ਦੀਆਂ। ਆਪਾਂ ਸਰੀਰ ਨੂੰ ਤਪ ਦੇਣੇ, ਹੱਠ ਯੋਗ ਤਪ ਕਰਨੇ, ਘਰ-ਬਾਰ ਛੱਡ ਕੇ ਚਲੇ ਜਾਣਾ, ਪਰ ਸਾਰਾ ਸਰੀਰ ਕਰਕੇ ਉਹ 'ਚੋਂ ਗਿਆਨ ਨਹੀਂ ਪੈਦਾ ਹੁੰਦਾ। ਗਿਆਨ ਤੋਂ ਬਿਨਾਂ ਕਰਮ ਨਹੀਂ ਨਾਸ ਹੁੰਦਾ, ਕਰਮ ਨਾਸ ਹੋਏ ਤੋਂ ਬਿਨਾਂ ਆਪਾਂ ਉਹਦੇ ਨਾਲ ਜੁੜ ਨਹੀਂ ਸਕਦੇ ਹੈਗੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, 12 ਮਹਾਂ ਸਤਿਗੁਰ ਸਮਝਾਏ ਪੰਜ ਪਾਤਸ਼ਾਹ ਨੇ ਆਪਾਂ ਨੂੰ। ਇਹ ਕਿਰਤ ਜਦ ਤੱਕ ਆਪਾਂ ਰਹਾਂਗੇ ਇਹ ਜੀਵ ਆਤਮਾ ਵਿਛੜੀ ਰਹੂਗੀ। ਹੁਣ ਆਪਣਾ ਕਿਵੇਂ ਮਿਲਾਪ ਹੋਵੇ ਫਿਰ? ਉਹੀ ਸਤਿਗੁਰਾਂ ਨੇ ਸਮਝਾਇਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਹ ਕਿਰਪਾ ਲੈਣੀ ਆਪਾਂ, ਫਿਰ ਆਪਾਂ ਨੂੰ ਗੁਰ ਸ਼ਬਦ 'ਚੋਂ ਗਿਆਨ ਪੈਦਾ ਹੋਣਾ, ਫਿਰ ਆਪਣਾ ਕਰਮ ਛੁੱਟਣਾ ਵਾ। ਕਰਮ ਜਿੰਨਾ ਸਰੀਰ ਕਰਕੇ ਅਸੀਂ ਕਰਦੇ ਹਾਂ ਉਹਨੂੰ ਬਾਣੀ ਵਿੱਚ ਕਰਮ ਕਿਹਾ ਹੋਇਆ। ਗਿਆਨ ਪਿਆ ਤਾਂ ਕਰਮੇ ਨਾਸ, ਭਗਤ ਕਬੀਰ ਜੀ ਨੇ ਸਮਝਾਇਆ। ਉਹੀ ਸਤਿਗੁਰ ਸਮਝਾਉਂਦੇ ਨੇ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ। ਸੰਸਾਰ ਅਸੀਂ ਜਿੰਨੇ ਵੀ ਸੰਸਾਰ ਦੇ ਵਿੱਚ ਰਹਿਣ ਵਾਲੇ ਕਰਮ ਕਰਨ ਵਾਲੇ ਜੀਵ ਪੁੰਨ ਪਾਪ ਨਾਲ ਜੁੜੇ ਰਹਿੰਦੇ ਆ। ਸਾਨੂੰ ਪੁੰਨ ਪਾਪ ਦਾ ਗਿਆਨ ਹੀ ਨਹੀਂ ਹੁੰਦਾ। ਬਾਣੀ 'ਚ ਉਪਦੇਸ਼ ਵੀ ਆਪਾਂ ਨੂੰ ਗੁਰੂ ਸਾਹਿਬਾਨਾਂ ਦਾ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਏ। ਫਿਰ ਸਾਨੂੰ ਦੁਬਾਰਾ ਉਹੀ ਲੇਖਾ ਝਮੇਲਾ ਜੰਮਣ ਮਰਨ ਚੱਕਣਾ ਪੈਂਦਾ ਹੈ ਸੱਚ ਦੇ ਗਿਆਨ ਤੋਂ ਬਿਨਾਂ। ਅਸੀਂ ਪੁੰਨ ਪਾਪ ਨਾਲ ਜੁੜੇ ਰਹਿੰਦੇ ਹਾਂ। ਬਾਣੀ ਵਿੱਚ ਉਪਦੇਸ਼ ਸਤਿਗੁਰਾਂ ਦਾ ਪੁੰਨ ਪਾਪ ਹਮਰੇ ਵਸ ਨਾਹੀ। ਜਦੋਂ ਸਾਰਾ ਕੁਛ ਹੁਕਮ 'ਚ ਹੀ ਹੋ ਰਿਹਾ ਫਿਰ ਪੁੰਨ ਕਿਵੇਂ ਹੋ ਰਿਹਾ ਜਾਂ ਪਾਪ ਕਿਵੇਂ ਹੋ ਰਿਹਾ? ਪੁੰਨ ਹੈ ਉਹਦਾ ਦੇਣਾ ਸ੍ਰਿਸ਼ਟੀ ਨੂੰ, ਪਾਪ ਹੈ ਅਸੀਂ ਹੁਕਮ ਦਾ ਜਿਹੜਾ ਵਿਰੋਧ ਕਰਦੇ ਹਾਂ ਉਹ ਪਾਪ ਹੈ। ਉਹਦੀ ਕਿਰਪਾ ਨਾਲ ਤਾਂ ਸਾਰਿਆਂ ਨੂੰ ਮਿਲ ਰਿਹਾ ਹੈ। ਦਸਵੇਂ ਪਾਤਸ਼ਾਹ ਨੇ ਵੀ ਜਾਪ ਸਾਹਿਬ 'ਚ ਆਪਾਂ ਨੂੰ ਸਮਝਾਇਆ ਜਾਨ ਕੋ ਦੇ ਅਜਾਨ ਕੋ ਦੇ ਹੈ, ਸਾਰਿਆਂ ਨੂੰ ਹੀ ਦਿੰਦਾ ਭਾਈ ਉਹ ਤਾਂ। ਅਸੀਂ ਤਾਂ ਸਿਰਫ ਸਮਝਣਾ ਸੀ। ਸਤਿਗੁਰਾਂ ਦੇ ਜੀ ਬਚਨ ਲਈ ਆਪਾਂ ਆਇਆ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਲਾਲਚ ਬਿਰਥਾ ਜਨਮ ਪੁਰਾਣੇ। ਸੁਣਨੀ ਸੀ, ਸੁਣ ਕੇ ਵਿਚਾਰਨੀ ਸੀ, ਗੁਰੂ ਤੋਂ ਪੜ੍ਹਨੀ ਸੀ, ਪਰ ਅਸੀਂ ਕਰਮ ਦੇ ਵਿੱਚ ਭਰਮ 'ਚ ਪੈ ਜਾਂਦੇ ਹਾਂ। ਸਾਨੂੰ ਹੰਕਾਰ ਹੋ ਜਾਂਦਾ, ਅਸੀਂ ਸਤਿਗੁਰਾਂ ਨੂੰ ਹੀ ਉਪਦੇਸ਼ ਕਰਨ ਲੱਗ ਜਾਂਦੇ। ਬਾਣੀ ਗੁਰ ਉਪਦੇਸ਼ ਹੈ ਭਾਈ ਗਿਆਨ ਦਾ, ਜਿਹਦੇ ਨਾਲ ਮਨ ਨੇ ਥਿਰ ਹੋਣਾ, ਟਿਕਣਾ ਹੈ, ਇਹਨੂੰ ਸਮਝ ਆਉਣੀ ਆ। ਉਹ ਤਾਂ ਆਊਗੀ ਜੇ ਆਪਾਂ ਇਹਨੂੰ ਸਮਝਾਂਗੇ, ਵਿਚਾਰਾਂਗੇ, ਬਾਣੀ ਨੂੰ ਸੱਤ ਕਰਕੇ ਮੰਨਾਂਗੇ। ਫਿਰ ਗਿਆਨ ਤੋਂ ਬਾਅਦ ਮਨ ਟਿਕਦਾ, ਫਿਰ ਭਰੋਸਾ ਬਣਦਾ। ਜਾ ਕੇ ਮਨ ਵਿਸ਼ਵਾਸ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਤਤ ਗਿਆਨ ਤੋਂ ਭਾਵ ਇਹ ਆਤਮਾ ਦੀ ਖੁਰਾਕ ਹੈ, ਉਹੀ ਤਾਂ ਨਾਮ ਹੈ। ਉਹਦੇ ਨਾਲ ਤੇਰੀ ਮੁਕਤੀ ਹੋਣੀ ਹੈ, ਉਹਦੇ ਨਾਲ ਤੇਰਾ ਸੰਸਾਰ 'ਚੋਂ ਛੁਟਕਾਰਾ ਹੋਣਾ। ਪਰ ਗੁਰਸ਼ਬਦ ਦੇ ਗਿਆਨ ਤੋਂ ਬਿਨਾਂ ਸਾਨੂੰ ਇਹ ਖੇਲ ਸਮਝ ਹੀ ਨਹੀਂ ਆਉਣੀ ਹੈਗੀ। ਨਹੀਂ ਅਸੀਂ ਪਾਪ ਪੁੰਨ ਨਾਲ ਜੁੜੇ ਰਹਿੰਦੇ ਹਾਂ। ਉਹੀ ਸਤਿਗੁਰ ਸਮਝਾਉਂਦੇ ਨੇ ਤੀਜੀ ਪਾਤਸ਼ਾਹੀ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ। ਜਿੰਨੇ ਵੀ ਪੁਰਾਣ ਗ੍ਰੰਥ ਉਹਨਾਂ ਦੇ ਵਿੱਚ ਪੁੰਨ ਪਾਪ ਦੀ ਵਿਚਾਰ ਹੈ। ਉਹ ਗਾਹਾਂ ਅੱਗੇ ਸਤਿਗੁਰਾਂ ਨੇ ਆਪਾਂ ਨੂੰ ਸਮਝਾਉਣਾ ਹੈ ਵੀ ਕਿਵੇਂ ਅਨੇਕਾਂ ਵਿਧੀਆਂ ਨੇ, ਯੋਗ ਅਭਿਆਸ ਕਰਮ ਧਰਮ ਕਿਰਿਆ, ਅੱਗੇ ਆਪਾਂ ਨੂੰ ਪਦਿਆਂ ਦੇ ਵਿੱਚ ਆ ਜਾਣਾ ਵਾ। ਉਹ ਅਨੇਕਾਂ ਤਰ੍ਹਾਂ ਦੀਆਂ ਵਿਧੀਆਂ ਨਾਲ ਸਾਡੇ ਅੰਦਰ ਹੰਕਾਰ ਪੈਦਾ ਹੋ ਜਾਂਦਾ, ਜਦ ਨੂੰ ਸਮਾਂ ਆ ਜਾਂਦਾ, ਕਾਲ ਆ ਜਾਂਦਾ। ਫਿਰ ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਨ। ਇਹ ਮਨੁੱਖਾ ਦੇਹੀ ਮਿਲੀ ਹੈ ਸਾਨੂੰ ਨਾਮ ਦੀ ਪ੍ਰਾਪਤੀ ਖਾਤਰ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਨੇ, ਗੁਰਸਿੱਖ ਰੋਜ਼ ਪਾਠ ਭਜਨ ਕਰਦੇ ਨੇ, ਇਹ ਬਹੁਤ ਮੁੱਲੀ ਇਹ ਕਿਰਪਾ ਹੈ ਗੁਰੂ ਭਗਤ ਸਾਹਿਬਾਨਾਂ ਦੀ। ਉਹਨਾਂ ਨੇ ਪ੍ਰਾਪਤ ਕਰਨੀ ਹੈ, ਪਰ ਬਾਣੀ ਨੂੰ ਸਤ ਕਰਕੇ ਮੰਨਾਂਗੇ, ਸੁਣਨੀ ਹੈ। ਸਤਿਗੁਰ ਅੱਗੇ ਸਮਝਾਉਂਦੇ ਨੇ ਤੱਤੇ ਸਾਰ ਨਾ ਜਾਣੇ। ਤੱਤ ਕੀ ਹੁੰਦਾ ਹੈ? ਭਗਤ ਕਬੀਰ ਜੀ ਦਾ ਆਪਾਂ ਸਲੋਕ ਲਈਏ, ਆਪਾਂ ਹੋਰ ਸਮਝ ਆ ਜਾਵੇ ਚੰਗੀ ਤਰ੍ਹਾਂ। ਹਰ ਕਾ ਬਿਲੋਭ ਨਾ ਬਲੋਭੋ ਮੇਰੇ ਭਾਈ, ਸਹਿਜ ਬਿਲੋਭੋ ਜੈਸੇ ਤੱਤ ਨਾ ਜਾਈ। ਜਦੋਂ ਅਸੀਂ ਇਹਨੂੰ ਸਹਿਜ ਟਿਕਾਓ ਦੇ ਵਿੱਚ ਵਿਚਾਰਦੇ ਹਾਂ, ਸਮਝਦੇ ਹਾਂ, ਇਹਦੇ ਵਿੱਚੋਂ ਗਿਆਨ ਪੈਦਾ ਹੁੰਦਾ ਹੈ। ਉਹੀ ਤੱਤਵ ਹੈ। ਜਿਵੇਂ ਦੁੱਧ ਦੇ ਵਿੱਚ ਘਿਓ ਤਾਂ ਹੈ ਪਰ ਆਪਾਂ ਨੂੰ ਦਿਖਦਾ ਨਹੀਂ ਹੈਗਾ, ਪਰ ਜਦੋਂ ਦੁੱਧ ਨੂੰ ਆਪਾਂ ਜਾਗ ਲਾਉਂਦੇ ਹਾਂ ਫਿਰ ਦਹੀਂ ਬਣ ਜਾਂਦਾ, ਉਹਦਾ ਰੂਪ ਬਦਲ ਜਾਂਦਾ। ਇਵੇਂ ਗੁਰਸ਼ਬਦ 'ਚ ਜਦੋਂ ਗਿਆਨ ਹੁੰਦਾ ਹੈ ਮਨ ਬੁੱਧੀ ਨੂੰ, ਇਹਨਾਂ ਦਾ ਸੁਭਾਅ ਬਦਲ ਜਾਂਦਾ ਹੈ। ਫਿਰ ਆਪਾਂ ਦਹੀਂ ਨੂੰ ਰਿੜਕਦੇ ਹਾਂ, ਉਹ 'ਚੋਂ ਮੱਖਣ ਪੈਦਾ ਹੁੰਦਾ ਹੈ। ਇਵੇਂ ਜਦੋਂ ਗੁਰਸ਼ਬਦ ਨੂੰ ਭਗਤ ਕਬੀਰ ਵਿਚਾਰਦੇ ਆ, ਕਹਿੰਦੇ ਉਹ 'ਚੋਂ ਗਿਆਨ ਪੈਦਾ ਹੁੰਦਾ ਹੈ। ਆਤਮ ਖੁਰਾਕ ਸਾਡੀ ਸ਼ੁਰੂ ਹੋ ਜਾਂਦੀ ਹੈ। ਮਨ ਬੁੱਧੀ ਦੇ ਅੰਦਰ ਖੁਸ਼ੀ ਖੇੜਾ ਪ੍ਰਗਟ ਹੋ ਜਾਂਦਾ ਹੈ। ਨਾਨਕ ਭਗਤਾ ਸਦਾ ਵਿਗਾਸ ਸੁਣੀਏ, ਦੁੱਖ ਪਾਪ ਕਾ ਨਾਸ। ਜਪਜੀ ਸਾਹਿਬ ਸਤਿਗੁਰਾਂ ਨੇ ਸਮਝਾਇਆ ਵਿਗਾਸ ਮਾਰਗ ਹੈ। ਜਿਹੜੇ ਤੇ ਚੱਲਦੇ ਨੇ ਉਹਨਾਂ ਦੇ ਅੰਦਰ ਮਨ ਬੁੱਧੀ ਭਾਵ ਖੁਸ਼ੀ ਖੇੜਾ ਬਣਿਆ ਰਹਿੰਦਾ ਹੈ।
ਉਹ ਤਤ ਗਿਆਨ ਪ੍ਰਾਪਤ ਕਰਦੇ ਰਹਿੰਦੇ ਨੇ। ਫਿਰ ਉਹ ਮੱਖਣ, ਦਹੀਂ ਤੋਂ ਬਾਅਦ ਮੱਖਣ ਜਦੋਂ ਵਿਚਾਰਦੇ ਹਾਂ ਮੱਖਣ ਨਿਕਲਦਾ ਹੈ। ਫਿਰ ਮਨ ਬੁੱਧੀ ਦੀ ਅਵਸਥਾ ਬਦਲਦੀ ਰਹਿੰਦੀ ਹੈ। ਉਹਨੂੰ ਸੰਤੋਖ ਵੀ ਕਿਹਾ ਹੈ, ਮਨ ਨੂੰ ਸੰਤੋਖ ਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਜਦੋਂ ਉਹਨੂੰ ਆਪਾਂ ਅਗਨੀ ਦੇ ਉੱਪਰ ਰੱਖ ਕੇ ਉਹਦੀ ਜਿਹੜੀ ਖੋਟ ਹੈ, ਭਾਵ ਲੱਸੀ ਹੈ, ਉਹਨੂੰ ਸਾੜਦੇ ਹਾਂ, ਫਿਰ ਘਿਓ ਰਹਿ ਜਾਂਦਾ ਪਿੱਛੇ, ਉਹਨੂੰ ਤੱਤ ਕਹਿੰਦੇ ਆ। ਇਵੇਂ ਜਦੋਂ ਵਿਚਾਰਦੇ ਗੁਰ ਸ਼ਬਦ ਨੂੰ ਜਦੋਂ 'ਚ ਗਿਆਨ ਪੈਦਾ ਹੁੰਦਾ, ਉਹ ਤੱਤ ਹੈ ਆਤਮਾ ਦੀ ਖੁਰਾਕ, ਜਿਹਦੇ ਨਾਲ ਸਾਡਾ ਸੰਸਾਰ 'ਚੋਂ ਛੁਟਕਾਰਾ ਹੁੰਦਾ। ਫਲ ਕਾਰਨ ਫੁੱਲ ਹੀ ਬਨ ਰਾਏ, ਜਿਵੇਂ ਫਲਾਂ ਖਾਤਰ ਫੁੱਲ ਖਿੜਦੇ ਨੇ, ਪਰ ਸਾਰਿਆਂ ਨੂੰ ਤਾਂ ਫਲ ਲੱਗਦਾ ਨਹੀਂ ਹੈਗਾ। ਫਲ ਲਾਗਾ ਤਾਂ ਫੁੱਲ ਵਿਲਾਏ, ਜਦੋਂ ਫਲ ਲੱਗ ਜਾਂਦਾ ਫੁੱਲ ਚੜ੍ਹ ਜਾਂਦਾ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਿਆ ਤਾਂ ਕਰਮੇ ਨਾਸ। ਫਿਰ ਗਿਆਨ ਤੋਂ ਬਾਅਦ ਸਾਡਾ ਕਰਮ ਨਾਸ ਹੁੰਦਾ ਹੈ, ਸੰਸਾਰ 'ਚੋਂ ਸਾਡਾ ਛੁਟਕਾਰਾ ਹੋ ਜਾਂਦਾ ਹੈ। ਉਹ ਗੁਰਸਿੱਖ ਭਗਤ ਜਨ, ਸੰਤ ਜਨ ਫਿਰ ਇਹ ਮਾਰਗ 'ਤੇ ਚੱਲਦੇ ਨੇ, ਉਹ ਆਪ ਸਮਝਦੇ ਨੇ, ਫਿਰ ਦੂਜਿਆਂ ਨੂੰ ਸਮਝਾਉਂਦੇ ਨੇ। ਉਹੀ ਤਾਂ ਗੁਰਸਿੱਖ ਨੇ ਭਾਈ। ਸਰੀਰ ਕਰਕੇ ਤਾਂ ਅਸੀਂ ਪੂਰਨ ਹੋ ਜਾਂਦੇ ਹਾਂ, ਪਰ ਆਤਮਾ ਕਰਕੇ ਹੋਣਾ, ਉਹ ਤੱਤ ਗਿਆਨ ਫਿਰ ਸਾਨੂੰ ਪ੍ਰਾਪਤ ਹੁੰਦਾ ਰਹਿੰਦਾ। ਤਨ ਕਰ ਮਟਕੀ ਮਨ ਮਾਹੀ ਬਿਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਇਹ ਸ਼ਬਦ ਗੁਰ ਉਪਦੇਸ਼ ਨਾਲ ਆਪਾਂ ਮਨ ਬੁੱਧੀ ਜਦੋਂ ਇਹਨੂੰ ਵਿਚਾਰਦੇ ਨੇ, ਰਿੜਕਦੇ ਨੇ, ਜਿਵੇਂ ਆਪਾਂ ਦੁੱਧ ਰਿੜਕਦੇ ਹਾਂ, ਦਹੀਂ ਦਾ ਫਿਰ ਮੱਖਣ ਬਣਦਾ, ਇਵੇਂ ਵਿਚਾਰ ਹੈ। ਕਈ ਸਤਿਗੁਰ ਸਾਨੂੰ ਸਮਝਾ ਰਹੇ ਨੇ। ਉਹਨਾਂ ਦੇ ਜਿਹੜੇ ਗ੍ਰੰਥ ਨੇ ਉਹਨਾਂ ਵਿੱਚ ਤੱਤਸਾਰ ਨਹੀਂ ਹੈਗਾ, ਇਸ ਕਰਕੇ ਆਤਮਾ ਭਟਕਦੀ ਰਹਿੰਦੀ ਆ। ਗਤੀ ਆਤਮਾ ਦੀ ਹੋਣੀ ਆ, ਆਪਾਂ ਸਰੀਰ ਦੀ ਕਰਦੇ ਰਹੇ ਨੇ ਸਾਰੇ ਹੀ। ਉਹ ਤਾਂ ਸੋਧਣ ਹੀ ਹੈ ਸਰੀਰ ਨੂੰ, ਜਿਵੇਂ ਜਿਵੇਂ ਧਰਮ ਬਣੇ ਨੇ ਸੰਸਾਰ ਦੇ ਵਿੱਚ, ਉਹ ਆਪਦੀ ਵਿਧੀ ਅਨੁਸਾਰ ਉਹਦੀ ਕਿਰਿਆ ਕਰਦੇ ਨੇ। ਉਹ ਸਰੀਰ ਕਰਕੇ ਹੀ ਸਹਿਮਤ ਰਹਿ ਜਾਂਦੀ ਹੈ। ਉਹੀ ਸਤਿਗੁਰਾਂ ਨੇ ਸਮਝਾਇਆ, ਤੱਤੇ ਸਾਰ ਨਾ ਜਾਣੀ। ਤੱਤ ਗਿਆਨ ਨਹੀਂ ਉਹ 'ਚ ਹੁੰਦਾ। ਉਹ ਕਿੱਥੇ ਹੁੰਦਾ ਹੈ? ਉਹ ਗੁਰ ਸ਼ਬਦ ਦੇ ਵਿੱਚ, ਗੁਰ ਉਪਦੇਸ਼ ਦੇ ਵਿੱਚ। ਅੱਗੇ ਸਤਿਗੁਰ ਸਮਝਾਉਂਦੇ ਨੇ, ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਆਣੀ। ਸਾਰਾ ਸੰਸਾਰ, ਜਿੰਨੇ ਵੀ ਧਰਮ ਕਰਮ ਅਸੀਂ ਕਰਦੇ ਆਏ ਔਰ ਕਰਦੇ ਰਹਾਂਗੇ, ਜਦ ਤੱਕ ਗੁਰ ਸ਼ਬਦ ਦੀ ਸਾਡੇ 'ਤੇ ਕਿਰਪਾ ਨਹੀਂ ਹੁੰਦੀ, ਇਹ ਭਰਮ ਚੁੰਨੇ ਆ ਵੀ ਅਸੀਂ ਗੁਰੂ ਵਾਲੇ ਬਣ ਗਏ, ਨਾਮ ਲੈ ਲਿਆ, ਧਰਮ ਕਰਮ ਕਰ ਲਏ, ਤੀਰਥਾਂ 'ਤੇ ਜਾਇਆ। ਇਹ ਭਰਮ ਦੇ ਵਿੱਚ ਸਾਰਾ ਹੀ ਸੰਸਾਰ ਸੁੱਤਾ ਪਿਆ ਜਾਂ ਨੁਕਾਲ ਆ ਜਾਂਦਾ। ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਆਣੀ। ਸੁੱਤਿਆਂ ਹੀ ਸਾਡਾ ਜੀਵਨ ਚੱਲਿਆ ਜਾਂਦਾ ਹੈ। ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ, ਸੁਪਨਾ ਆ ਰਿਹਾ ਹੁੰਦਾ, ਸਾਨੂੰ ਸੱਚ ਲੱਗਦਾ। ਜਦੋਂ ਕੋਈ ਠਾਲ ਦੇਵੇ ਉਹ ਸੁਪਨਾ ਝੂਠਾ ਹੋ ਜਾਂਦਾ ਹੈ। ਇਵੇਂ ਜਦੋਂ ਸਾਨੂੰ ਸਰੀਰ 'ਚੋਂ ਕੱਢਿਆ ਜਾਂਦਾ ਹੈ, ਫਿਰ ਸੰਸਾਰ ਝੂਠਾ ਹੋ ਜਾਂਦਾ। ਸੁਪਨੇ ਜਿਉਂ ਸੰਸਾਰ ਫਿਰ ਇਹ ਜਾਣ ਲੱਗਿਆ ਪਛਤਾਉਂਦਾ ਹੈ, ਜਾਨੂੰ ਸਮਾਂ ਨਿਕਲ ਜਾਂਦਾ ਹੈ। ਸਤਿਗੁਰ ਸਮਝਾਉਂਦੇ ਨੇ, ਬਿਰਧ ਪਿਓ ਸੂਝੀ ਨਹੀਂ, ਕਾਲ ਪਹੁੰਚਿਓ ਨਹੀਂ। ਭਾਈ, ਆਪਾਂ ਨੂੰ ਮਨੁੱਖਾ ਦੇਹੀ ਮਿਲੀ ਹੈ ਉਹਦੀ ਕਿਰਪਾ ਨਾਲ। ਆਪਾਂ ਉਹਦੀ ਭਗਤੀ ਕਰਨੀ ਹੈ ਜਿਹਦੀ ਕਿਰਪਾ ਨਾਲ ਆਪਾਂ ਨੂੰ ਦੇਹੀ ਮਿਲੀ ਹੈ। ਉਹੀ ਤਾਂ ਬਾਣੀ ਆਪਾਂ ਨੂੰ ਗਿਆਨ ਕਰਾ ਰਹੀ ਹੈ। ਇਹ ਯੁੱਗ ਮੇ ਇੱਕ ਇੱਕ ਆਇਆ, ਇੱਕ ਹੁਣ ਤਾਂ ਆਇਆ, ਇੱਕ ਦਾ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ ਹੈ। ਬਾਰ ਬਾਰ ਸਾਨੂੰ ਸਮਝਾਉਂਦੀ ਹੈ ਕਿ ਇਹਨੂੰ ਸਮਝ ਆ ਜਾਵੇ। ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਆਣੀ। ਸੁੱਤੇ ਸਾਡਾ ਜੀਵਨ ਨਿਕਲ ਜਾਂਦਾ ਹੈ, ਜਾਂ ਨੂੰ ਸਮਾਂ ਚਲੇ ਜਾਂਦਾ ਹੈ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ। ਸਾਡਾ ਸੰਸਾਰ 'ਤੇ ਆਉਣਾ ਨਿਸਫਲ ਹੋ ਜਾਂਦਾ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ, ਗੁਰ ਕਿਰਪਾ ਤੇ ਸੇ ਜਨ ਜਾਗ, ਜਿਨ ਹਰ ਮਨ ਬਸਿਆ, ਬੋਲੇ ਅੰਮ੍ਰਿਤ ਬਾਣੀ। ਉਹੀ ਤਾਂ ਅੰਮ੍ਰਿਤ ਬਾਣੀ ਭਗਤ ਗੁਰੂ ਸਾਹਿਬਾਨਾਂ ਨੇ ਦਿੱਤੀ ਆ ਭਾਈ। ਆਪਾਂ ਵੀ ਗੁਰ ਕਿਰਪਾ ਲੈਣੀ ਹੈ, ਆਪਾਂ ਵੀ ਜਾਗਣਾ। ਜਿਹੜਾ ਆਪਾਂ ਪੜ੍ਹਿਆ ਨਾ ਆਦਿ ਗੁਰ, ਇਹ ਨਵੇਂ ਪਹਿਲਾ ਸਲੋਕ ਸਾਰਾ 24 ਅਸ਼ਟਪਦੀਆਂ ਦਾ ਸਾਰ ਹੈ। ਜੇ ਆਪਾਂ ਨੂੰ ਇਹ ਸਮਝ ਨਾ ਆਇਆ ਪਹਿਲਾ ਸਲੋਕ, ਸਾਰੀ ਸੁਖਮਨੀ ਸਾਹਿਬ ਆਪਾਂ ਨੂੰ ਨਹੀਂ ਸਮਝ ਆਉਣੀ ਹੈਗੀ। ਸੁਖਮਨੀ ਸਾਹਿਬ ਦੇ ਵਿੱਚ 24 ਅਸ਼ਟਪਦੀਆਂ ਦੇ ਵਿੱਚ ਕੁਛ ਨਹੀਂ ਛੱਡਿਆ ਗੁਰੂ ਸਾਹਿਬਾਨਾਂ ਨੇ। ਸਾਰੀ ਸ੍ਰਿਸ਼ਟੀ ਦਾ ਗਿਆਨ ਭਰਤਾ, ਜਿਹਦੇ ਨਾਲ ਅਸੀਂ ਪਾਰ ਨਿਕਲ ਜਾਣਾ ਵਾ। ਪਰ ਜੇ ਇਹਨੂੰ ਸੁਣਦੇ ਵਿਚਾਰਦੇ ਰਹਾਂਗੇ, ਜਿੱਥੇ ਸੁਖਮਨੀ ਸਾਹਿਬ ਸ਼ੁਰੂ ਹੁੰਦੀ ਹੈ, ਉੱਥੇ ਸਤਿਗੁਰੂ ਨੇ ਆਪਾਂ ਨੂੰ ਸਮਝਾਇਆ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਟਾਵੋ। ਜਿਹੜੇ ਸਾਡੇ ਕਲੇਸ਼ ਅੰਦਰ ਲੋਭ ਵਿਕਾਰ ਉਹ ਦਿੰਦੇ ਆ, ਉਹਨਾਂ ਦੇ ਕਰਕੇ ਸਾਨੂੰ ਸਰੀਰਕ ਸੁੱਖ ਨਹੀਂ ਮਿਲਦੇ ਭਾਈ, ਦੁੱਖ ਜ਼ਰੂਰ ਮਿਲਦੇ ਨੇ। ਸਾਡੀ ਮੱਤ 'ਚ ਦੁੱਖ ਹੀ ਪੈਦਾ ਹੁੰਦੇ ਨੇ, ਪਰ ਸਾਨੂੰ ਗਿਆਨ ਨਹੀਂ ਹੁੰਦਾ। ਉਸ ਟਾਈਮ ਸਾਨੂੰ ਪਤਾ ਹੀ ਨਹੀਂ ਲੱਗਦਾ। ਬਿਰਧ ਪਿਓ ਸੋਝੇ ਨਹੀਂ, ਜਾਨੂੰ ਸਮਾਂ ਨਿਕਲ ਜਾਂਦਾ, ਸਾਨੂੰ ਸੋਝੀ ਹੀ ਨਹੀਂ ਹੁੰਦੀ ਹੈਗੀ। ਪਰ ਜਦੋਂ ਉਹਦੀ ਕਿਰਪਾ ਰਹਿਮਤ ਹੁੰਦੀ ਹੈ, ਅਸੀਂ ਗੁਰ ਸ਼ਬਦ ਨਾਲ ਜੁੜ ਜਾਂਦੇ ਹਾਂ, ਫਿਰ ਸਾਨੂੰ ਸੋਝੀ ਹੁੰਦੀ ਹੈ। ਪ੍ਰਭ ਕੇ ਸਿਮਰਨ ਸਭ ਕੇ ਸੂਝੇ। ਸਿਮਰਨ ਤੋਂ ਭਾਵ ਸੋਝੀ ਹੋ ਜਾਂਦੀ ਹੈ। ਫਿਰ ਉਹ ਗੁਰਸਿੱਖੇ ਮਾਰਗ 'ਤੇ ਚੱਲਦੇ ਨੇ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰ ਮਨ ਬਸਿਆ, ਬੋਲੇ ਅੰਮ੍ਰਿਤ ਬਾਣੀ। ਸੁੱਤਿਆਂ ਦੇ ਮਨ 'ਚ ਕਿਵੇਂ ਬਸੂਗਾ ਭਾਈ? ਪਹਿਲਾਂ ਗੁਰ ਕਿਰਪਾ ਤੋਂ ਭਾਵ ਗੁਰ ਸ਼ਬਦ ਦਾ ਗਿਆਨ, ਇਹ ਕਿਰਪਾ ਹੋਣੀ ਹੈ ਸਾਡੇ 'ਤੇ, ਫਿਰ ਸਾਡੀ ਆਤਮਾ ਨੇ ਜਾਗਣਾ ਹੈ। ਸਰੀਰ ਕਰਕੇ ਤਾਂ ਅਸੀਂ ਜਾਗਦੇ ਹਾਂ, ਜਿਹੜਾ ਕੰਮ ਕਰਨ ਆਏ ਹਾਂ ਉਹ ਭੁੱਲੇ ਹੋਏ ਹਾਂ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਹੜੇ ਜਾਗ ਜਾਂਦੇ ਨੇ, ਬੋਲੇ
ਅੰਮ੍ਰਿਤ ਬਾਣੀ ਤੋਂ ਭਾਵ ਉਹੀ ਤਾਂ ਫਿਰ ਹਰ ਦਾ ਜਸ ਕਰਦੇ ਨੇ। ਸੁੱਤੇ ਪਏ ਹਾਂ ਅਸੀਂ। ਬਾਬਾ ਫਰੀਦ ਜੀ ਵੀ ਆਪਾਂ ਨੂੰ ਸਮਝਾ ਰਹੇ ਨੇ, ਉੱਠ ਫਰੀਦਾ ਸੁੱਤਿਆ ਝਾੜੂ ਦੇ ਮਸੀਤ। ਕਿਉਂ ਸਮਝਾ ਰਹੇ ਨੇ? ਬਾਰ-ਬਾਰ ਆਪਾਂ ਨੂੰ ਉਪਦੇਸ਼ ਦੇ ਕੇ ਸਲੋਕ ਦੇ ਵਿੱਚ, ਸ਼ਬਦ ਦੇ ਵਿੱਚ ਸਤਿਗੁਰਾਂ ਨੇ ਆਪਾਂ ਨੂੰ ਇੰਨੀ ਰਹਿਮਤ ਕੀਤੀ ਹੈ। ਹੁਣ ਆਪਾਂ ਭਾਗੇ ਹਾਂ ਜੇ ਨਾ ਸੁਣਾਂਗੇ ਭਾਈ। ਸਤਿਗੁਰ ਸਮਝਾਉਂਦੇ ਨੇ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਹੜੇ ਜਾਗ ਜਾਂਦੇ ਨੇ ਉਹਨਾਂ ਦੇ ਮਨ ਵਿੱਚ ਬਸ। ਸੁੱਤਿਆਂ ਦੇ ਕਿਵੇਂ ਬਸੂਗਾ ਭਾਈ? ਜਾਗਣਾ, ਬਾਣੀ ਜਗਾਉਂਦੀ ਹੈ ਆਪਾਂ ਨੂੰ। ਉਹੀ ਤਾਂ ਅੰਮ੍ਰਿਤ ਵੇਲਾ ਹੈ, ਜਦੋਂ ਆਤਮਾ ਜਾਗ ਜਾਂਦੀ ਹੈ, ਧਿਆਨ ਦੀ ਦੁਨੀਆ ਚਲੀ ਜਾਂਦੀ ਹੈ, ਇਹਦਾ ਅੰਮ੍ਰਿਤ ਵੇਲਾ ਹੋ ਜਾਂਦਾ। ਜਿਹੜਾ ਸੰਸਾਰ 'ਚ ਅੰਮ੍ਰਿਤ ਵੇਲਾ, ਉਹ ਤਾਂ ਪਹਿਲਾ ਪੜਾਅ ਵਾ। ਆਪਾਂ ਉਹ ਤਾਂ ਸਮਝਣਾ, ਉੱਠਣਾ ਵਾ, ਉਹ ਤਾਂ ਵਿਧੀ ਹੈ। ਪਰ ਆਪਾਂ ਉਹਨੂੰ ਅੰਮ੍ਰਿਤ ਵੇਲਾ ਮੰਨ ਕੇ ਹੀ ਛੱਡ ਦਿੰਦੇ ਹਾਂ ਵੀ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਭਜਨ ਕਰ ਲਿਆ, ਚਲੋ ਜੀ ਆਪਣੇ ਕੰਮਕਾਰਾਂ 'ਤੇ ਜਾਈਏ। ਨਹੀਂ ਭਾਈ, ਉਹ ਸਰੀਰ ਕਰਕੇ ਅੰਮ੍ਰਿਤ ਵੇਲਾ ਵਾ, ਇਹ ਆਤਮਾ ਕਰਕੇ ਹੈ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰ ਮਨ ਬਸਿਆ। ਜਿਨ੍ਹਾਂ ਦੇ ਮਨ 'ਚ ਫਿਰ ਉਹ ਬਸ ਜਾਂਦਾ, ਜਾਗ ਕੇ ਹੀ ਬਸੂਗਾ। ਹੁਣ ਅਸੀਂ ਸੁੱਤੇ ਪਏ ਹਾਂ। ਬੋਲੇ ਅੰਮ੍ਰਿਤ ਬਾਣੀ, ਸਤਿਗੁਰ ਸਮਝਾਉਂਦੇ ਹੈ, ਉਹ ਅੰਮ੍ਰਿਤ ਬਾਣੀ ਬੋਲਦੇ ਆ ਗੁਰੂ ਭਗਤ ਸਾਹਿਬਾਨਾਂ ਨੇ। ਉਹ ਅਵਸਥਾ ਜਾ ਕੇ ਆਪਾਂ ਨੂੰ ਦਿੱਤੀ ਹੈ, ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਕਹੇ ਨਾਨਕ ਸੋ ਤਤ ਪਾਏ, ਜਿਸਨੂੰ ਆਂਦਨ ਹਰ ਲਿਵ ਲਾਗੇ। ਜਾਗਤ ਰਹਿਣ ਬਿਆਣੀ। ਆ ਦੇਖੋ ਸਤਿਗੁਰ ਸਮਝਾ ਰਹੇ, ਜਾਗਤ ਰਹਿਣ ਬਿਆਣੀ। ਉਹ ਗੁਰਸਿੱਖਾਂ ਦੀ ਘਾਲ ਕਮਾਈ ਪੂਰੀ ਹੋ ਜਾਂਦੀ ਹੈ। ਜਿਨੀ ਨਾਮ ਤੇ ਆਇਆ ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਨਾਲ ਕਿੰਨੇ ਪਿੱਛੇ ਹੋਰ ਨਿਕਲ ਜਾਂਦੇ ਨੇ, ਉਹਨਾਂ ਦੀ ਆਤਮਾ ਜਾਗ ਜਾਂਦੀ ਹੈ, ਉਹ ਧਿਆਨ ਦੀ ਦੁਨੀਆ ਚਲੇ ਜਾਂਦੇ ਨੇ। ਆਪਾਂ ਧਿਆਨ ਦੀ ਦੁਨੀਆ 'ਚ ਤਾਈਓ ਜਾਵਾਂਗੇ, ਪਹਿਲਾਂ ਬਾਣੀ ਆਪਾਂ ਨੂੰ ਉਹਦਾ ਗਿਆਨ ਕਰਾਉਂਦੀ ਹੈ, ਫਿਰ ਗਿਆਨ ਹੀ ਧਿਆਨ ਬਣ ਜਾਂਦਾ। ਧਿਆਨ ਹੀ ਫਿਰ ਆਰਾਧਨਾ ਬਣਦੀ ਹੈ। 24ਵੀਂ ਅਸ਼ਟਪਦੀ 'ਚ ਆਪਾਂ ਨੂੰ ਜਾ ਕੇ ਆਉਣਾ, ਪੂਰਾ ਪ੍ਰਭ ਰਾਧਿਆ। ਆਰਾਧਨਾ ਦਾ ਭਾਈ ਲਾਸਟ ਅਵਸਥਾ ਹੈ। ਫਿਰ ਬਾਕੀ ਜੇ ਆਪਾਂ ਸੰਸਾਰੀ ਧਰਮ ਕਰਮ ਕਰੀ ਜਾਂਦੇ ਹਾਂ, ਉਹਦੇ ਵਿੱਚ ਸਾਡੀ ਜਿਹੋ ਜਿਹੀ ਇੱਛਾ ਹੁੰਦੀ ਹੈ, ਉਹੀ ਸਾਨੂੰ ਪ੍ਰਾਪਤ ਹੋ ਜਾਂਦਾ। ਉਹੀ ਆਰਾਧਨਾ ਸਾਡੀ। ਫਿਰ ਸਾਈਂ ਬਸਤ ਪ੍ਰਾਪਤ ਹੋਈ, ਜਾਂ ਸਿਉ ਲਾਇਆ ਹੇਤ। ਸਾਨੂੰ ਲਾਸਟ ਨੂੰ ਉਹੀ ਚੀਜ਼ ਮਿਲਦੀ ਹੈ, ਉਹੀ ਪ੍ਰਾਪਤ ਹੁੰਦੀ ਹੈ ਜੋ ਅਸੀਂ ਬੀਜਦੇ ਹਾਂ, ਸਾਡੇ ਅੰਦਰ ਚੱਲਦੀ ਰਹਿੰਦੀ ਹੈ। ਇਹ ਖੇਤ ਸਰੀਰ ਜੋ ਬੀਜੇ ਸੋ ਆਣ ਖਲੋਏ, ਇਹ ਆਪਾਂ ਕਿਰਪਾ ਲੈਣੀ ਹੈ ਦਾਤੇ ਦੀ। ਭਗਤ ਕਬੀਰ ਜੀ ਨੇ ਵੀ ਸਮਝਾਇਆ ਆਪਾਂ ਨੂੰ, ਇਸ ਬੰਦੇ ਪਰ ਜ਼ੁਲਮ ਹੋਤ ਹੈ, ਜਮ ਨਾ ਹਟੇ ਕਿਸਾਈ। ਦੂਜੇ ਪਾਸੇ ਸਮਝਾਇਆ, ਅਬ ਕੀ ਵਾਰ ਬਖਸ਼ ਬੰਦੇ ਕੋ, ਬਹੁਰ ਨਾ ਭਵ ਜਲ ਫੇਰਾ। ਇਹ ਬਖਸ਼ਿਸ਼ ਲੈਣੀ ਹੈ ਆਪਾਂ, ਕੁਦਰਤ ਦੀ ਰਹਿਮਤ ਲੈਣੀ ਹੈ, ਫਿਰ ਸਾਡਾ ਸੰਸਾਰ 'ਚੋਂ ਦੁੱਖਾਂ 'ਚੋਂ ਛੁਟਕਾਰਾ ਹੋਣਾ ਹੈ। ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਜੇ ਅਸੀਂ ਗੁਰ ਸ਼ਬਦ ਦੇ ਗਿਆਨ ਨਾਲ ਜੁੜਦੇ ਹਾਂ, ਉਹ 'ਚੋਂ ਗਿਆਨ ਪੈਦਾ ਹੁੰਦਾ ਹੈ, ਪ੍ਰਕਾਸ਼ ਚਾਨਣ ਹੁੰਦਾ ਹੀ ਚਲਿਆ ਜਾਂਦਾ ਹੈ। ਗੁਰਬਾਣੀ ਇਸ ਜਗ ਮੇ ਚਾਨਣ, ਕਰਮ ਬਸੇ ਮਨ ਆਏ। ਕਰਨ ਤੋਂ ਭਾਵ ਕਿਰਪਾ ਨਾਲ ਵਸਦੀ ਹੈ, ਕਿਰਪਾ ਲੈਣੀ ਆਪਾਂ, ਫਿਰ ਸਾਡਾ ਸੰਸਾਰ 'ਚੋਂ ਛੁਟਕਾਰਾ ਹੋ ਜਾਂਦਾ ਹੈ। ਉਹ ਅਵਸਥਾ ਦੇ ਨਾਂ ਨੇ ਦੇਵ ਲੋਕ ਪਾਪ। ਫਿਰ ਆਪਦੇ ਹਰ ਮੂਲ 'ਚ ਆਤਮਾ ਲੈਅ ਹੋ ਜਾਂਦੀ ਹੈ, ਇੱਕ ਹੋ ਜਾਂਦੇ ਨੇ। ਫਿਰ ਇੱਕ ਹੋਣ ਤੋਂ ਬਾਅਦ ਇਹਦਾ ਜਿਹੜਾ ਜੀਵਨ ਹੈ ਉਹ ਭਗਤੀ ਵਾਲਾ ਹੁੰਦਾ ਹੈ। ਉਹ ਅਵਸਥਾ ਹੁੰਦੀ ਹੈ, ਇੱਕ ਹੋਏ ਤਾਂ ਉਗਵੇ। ਫਿਰ ਉਹਦੇ ਵਿੱਚੋਂ ਜਿਹੜਾ ਨਾਮ ਰੂਪੀ ਜਲ ਹੈ, ਉਹ ਕਿਰਪਾ ਰਹਿਮਤ ਹੁੰਦੀ ਹੈ। ਫਿਰ ਇਹਨੂੰ ਸਮਝ ਆਉਂਦੀ ਹੈ। ਉਹਦੇ ਨਾਲ ਦਾ ਜਿਹੜਾ ਹੈਗਾ ਤੀਜਾ ਪਦਾਰਥ, ਜਿਹਨੂੰ ਆਪਾਂ ਨਾਮ ਕਿਹਾ ਵਾ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਂ ਕੀ ਸੇਵਾ ਲਾਗੇ। ਸਾਧ ਜਨਾਂ ਦੀ ਬਾਣੀ, ਇਹ ਚਾਰ ਪਦਾਰਥਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ। ਤੀਜਾ ਪਦਾਰਥ ਆਪਾਂ ਨੂੰ ਉਹ ਫਿਰ ਪ੍ਰਾਪਤ ਹੁੰਦਾ ਹੈ, ਨਾਮ। ਜਦੋਂ ਨਾਮ ਦੇ ਵਿੱਚ ਅਸੀਂ ਲੈ ਹੁੰਦੇ ਹਾਂ, ਹੁਕਮ ਸਮਾ ਜਾਂਦੇ ਹਾਂ, ਗੁਰ ਸ਼ਬਦ ਸਮਾਵੇ। ਪਹਿਲਾਂ ਗੁਰ ਸ਼ਬਦ ਦੇ ਗਿਆਨ ਦੇ ਵਿੱਚ ਮਾਇਆ ਦਾ ਛੁਟਕਾਰਾ ਹੋਣਾ, ਫਿਰ ਗੁਰੂ ਦਾ ਦਰਸ਼ਨ ਹੋਣਾ। ਜਦੋਂ ਗੁਰੂ ਦੇ ਸ਼ਬਦ ਦੇ ਵਿੱਚ ਲੈ ਹੁੰਦੇ, ਉਹਨੂੰ ਜਨਮ ਕਿਹਾ ਗਿਆ ਵਾ। ਫਿਰ ਇਹ ਸੱਚਖੰਡ ਦਾ ਵਾਸੀ ਬਣ ਜਾਂਦਾ। ਉਹ ਚੌਥਾ ਇਹਦਾ ਜਨਮ ਹੁੰਦਾ। ਚਾਰ ਪਦਾਰਥਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ। ਸਭ ਤੋਂ ਪਹਿਲਾਂ ਆਪਾਂ ਨੂੰ ਗਿਆਨ ਦੀ ਪ੍ਰਾਪਤੀ ਹੋਣੀ ਹੈ। ਗਿਆਨ ਪਹਿਲਾ ਪਦਾਰਥ ਹੈ, ਇਹ ਗੁਰਮਤਿ ਮਾਰਗ ਹੈ, ਗਿਆਨ ਮਾਰਗ ਹੈ, ਗਿਆਨੀਆਂ ਦਾ ਮਾਰਗ ਹੈ, ਇਹ ਆਪਾਂ ਪ੍ਰਾਪਤੀ ਕਰਨੀ ਹੈ। ਦੂਜਾ ਫਿਰ ਆਪਾਂ ਨੂੰ ਸੰਤੋਖ ਭਾਵ ਮੁਕਤੀ ਮਿਲ ਜਾਂਦੀ ਹੈ। ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਸਰੀਰ ਕਰਕੇ ਅਸੀਂ ਪੂਰਨ ਹੋ ਜਾਂਦੇ ਹਾਂ। ਗੁਣ ਸਾਡੇ 'ਚ ਕੋਈ ਨਹੀਂ ਹੁੰਦਾ, ਨਿਰਭਉ ਅਸੀਂ ਨਹੀਂ ਹੁੰਦੇ, ਨਿਰਵੈਰ ਨਹੀਂ ਹੁੰਦੇ, ਕਾਲ ਤੋਂ ਮੁਕਤ ਨਹੀਂ ਹੁੰਦੇ। ਜੂਨੀ ਸਰੀਰ ਨਾਲ ਜੁੜੇ ਹੁੰਦੇ ਹਾਂ, ਪਰ ਸਾਨੂੰ ਹੰਕਾਰ ਜ਼ਰੂਰ ਪੈਦਾ ਹੋ ਜਾਂਦਾ। ਆਤਮਾ ਕਰਕੇ ਅਸੀਂ ਕੋਰੇ ਹੁੰਦੇ ਹਾਂ। ਉਹ ਸਾਨੂੰ ਕਿਰਪਾ ਰਹਿਮਤ ਨਾਲ ਮਿਲਣਾ ਹੈ। ਗੁਰ ਸ਼ਬਦ ਦਾ ਗਿਆਨ ਉਹੀ ਆਪਾਂ ਲੈਣਾ ਹੈ। ਉਹਦੀ ਖਾਤਰ ਆਪਾਂ ਨੂੰ ਮਨੁੱਖਾ ਦੇਹੀ ਮਿਲੀ ਹੈ। ਉਹੀ ਸਤਿਗੁਰਾਂ ਨੇ ਸਮਝਾਇਆ, ਬਹੁਤ ਸ਼ਾਸਤਰ ਬਹੁਤ ਸਿਮਰਤੀ ਪੇਖੇ ਸਭ ਢੋਲ। ਉਹਨਾਂ ਜਿੰਨੇ ਧਰਮ ਕਰਮ ਦੱਸੇ ਗਏ ਨੇ, ਉਹ ਸਾਰੇ ਸਰੀਰ ਕਰਕੇ ਨੇ। ਆਤਮਾ ਦੀ ਗਤੀ ਨਹੀਂ ਉਹ 'ਚ ਹੁੰਦੀ। ਹੁਣ ਆਤਮਾ ਦੀ ਗਤੀ ਹੋਣੀ ਆ, ਹਰ ਹਰ ਬਾਣੀ ਅੰਮ੍ਰਿਤ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਪਰਮਗਤੀ ਆਪਾਂ ਪ੍ਰਾਪਤ ਕਰਨੀ ਆ। ਜੇ ਆਪਾਂ ਗੁਰੂ ਭਗਤ ਸਾਹਿਬਾਨਾਂ ਦੇ ਪਿੱਛੇ ਚੱਲਾਂਗੇ ਤਾਂ ਆਪਾਂ ਨੂੰ ਇਹ ਪ੍ਰਾਪਤ ਹੋਣੀ ਹੈ। ਕਹੇ ਨਾਨਕ ਸੋ ਤਤ ਪਾਏ, ਜਿਸ ਨੂੰ ਆਂਦਿਨ ਹਰ ਲਿਵ ਲਾਗੇ। ਜਾਗਤ ਰਹਿਣ ਬਿਆਣੀ। ਉਹ ਆਤਮਾ ਜਾਗ ਜਾਂਦੀਆਂ ਨੇ ਦਿਨ ਰਾਤ, ਭਾਵ ਧਿਆਨ ਉੱਧਰ ਜੁੜਿਆ ਰਹਿੰਦਾ ਵਾ। ਸੁੱਤਿਆਂ ਦੀ ਬਾਣੀ ਆਪਾਂ ਜਿਹੜੀ ਵਿਚਾਰਦੇ ਹਾਂ,
ਇਸ ਕਰਕੇ ਆਪਾਂ ਇਹ ਤੋਂ ਸਮਝ ਨਹੀਂ ਆਉਂਦੀ, ਸੁੱਤੇ ਪਏ ਆਪਾਂ ਸੁੱਤੇ ਪਏ ਪੜ੍ਹਦੇ ਹਾਂ ਇਹਨੂੰ। ਪਰ ਜਾਗਣ ਤੋਂ ਬਾਅਦ ਸਾਨੂੰ ਸਮਝ ਆਉਣੀ ਹੈ। ਕਿਵੇਂ ਜਾਗਾਂਗੇ ਉਹ ਸਤਿਗੁਰਾਂ ਨੇ ਸਮਝਾਇਆ। ਗੁਰ ਕਿਰਪਾ ਤਿਸੇ ਜਨ ਜਾਗੇ। ਗੁਰ ਕਿਰਪਾ ਤੋਂ ਭਾਵ ਗਿਆਨ, ਇਹਦੇ ਨਾਲ ਸਾਡੀ ਆਤਮਾ ਜਾਗਦੀ ਹੈ। ਕਿਨਕਾ ਇੱਕ 'ਚ ਜੀਵ ਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਸਤਿਗੁਰ ਸਮਝਾਉਂਦੇ ਨੇ ਕਿਨਕਾ ਮਾਤਰ ਵੀ ਸਾਨੂੰ ਜਦੋਂ ਗੁਰ ਸ਼ਬਦ 'ਚੋਂ ਗਿਆਨ ਮਿਲ ਜਾਂਦਾ ਬਾਣੀ 'ਚੋਂ, ਅਤੇ ਆਤਮਾ ਜਾਗ ਜਾਂਦੀ, ਆਪਦੀ ਭਗਤੀ 'ਚ ਲੱਗ ਜਾਂਦੀ ਹੈ। ਉਹਦਾ ਸੰਸਾਰ 'ਤੇ ਆਉਣਾ ਸਫਲ ਹੋ ਜਾਂਦਾ। ਧੰਨ ਧੰਨ ਜਨ ਆਇਆ ਜੈ ਪ੍ਰਸਾਦ ਸਭ ਜਗਤ ਤਰਾਇਆ। ਇਹ ਭਗਤ ਜਨਾਂ ਦੀ, ਸੰਤ ਜਨਾਂ ਦੀ ਬਾਣੀ ਹੈ। ਆਪਾਂ ਇਹ ਪ੍ਰਾਪਤੀ ਕਰਨੀ ਹੈ। ਅੱਗੇ ਸਤਿਗੁਰ ਸਮਝਾਉਂਦੇ ਨੇ ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅੰਬੋਲ। ਉਹਦੇ ਬਰਾਬਰ ਭਾਈ ਕਿਵੇਂ ਹੋ ਸਕਦਾ ਹੈ? ਨਾਮ ਦੇ ਬਰਾਬਰ ਇਹ ਚੀਜ਼ ਕਿਵੇਂ ਹੋ ਸਕਦੀ ਹੈ? ਨਾਮ ਭਾਵ ਹੁਕਮ। ਹੁਕਮ ਨੇ ਤਾਂ ਸ੍ਰਿਸ਼ਟੀ ਸਾਜੀ ਹੈ। ਹੁਕਮੀ ਹੋਵਨ ਆਕਾਰ। ਨਾਮੇ ਹੀ ਉਤਪਤ ਨਾਮੇ ਹੀ ਪਰਲੋ। ਨਾਮ ਨਾਲ ਉਤਪਤੀ ਜੀ ਪੈਦਾ ਹੁੰਦੇ, ਸ੍ਰਿਸ਼ਟੀ ਪੈਦਾ ਹੁੰਦੀ ਹੈ। ਨਾਮ ਨਹੀਂ ਪਰਲੋ ਆਉਂਦੀ ਹੈ। ਫਿਰ ਇਹਦੇ ਬਰਾਬਰ ਕਿਵੇਂ ਹੋ ਸਕਦੀ ਹੈ? ਉਹੀ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ। ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ। ਇਹ ਆਪਾਂ ਨਾਮ ਦੀ ਪ੍ਰਾਪਤੀ ਕਰਨੀ ਹੈ। ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ ਅੱਗੇ ਆਪਾਂ 8 ਪਦੇ ਨੇ, ਇਹਨੂੰ ਵਿਚਾਰਨਾ। ਜੋ ਸਿਮਰਤ ਸ਼ਾਸਤਰ ਗੁਰੂ ਸਾਹਿਬ ਸਮਝਾ ਰਹੇ ਨੇ, ਉਹਦੇ ਵਿੱਚ ਕੀ ਕੀ ਕਰਮ ਦੱਸੇ ਜਾਂਦੇ ਨੇ, ਉਹ ਆਪਾਂ ਵਿਚਾਰਦੇ ਹਾਂ। ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਬਖਿਆਨ। ਉਹਨਾਂ 'ਚ ਬਖਿਆਨ ਕੀਤਾ ਜਾਂਦਾ। ਅਨੇਕਾਂ ਤਰ੍ਹਾਂ ਦੇ ਕਰਮ ਦੱਸੇ ਜਾਂਦੇ ਸਰੀਰ ਕਰਕੇ। ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਵਨ ਮਧੇ ਫਿਰਿਆ। ਘਰ ਬਾਰ ਛੱਡ ਕੇ ਚਲੇ ਜਾਣਾ, ਭਗਤੀਆਂ ਕਰਨੀਆਂ ਪਿੱਛੇ ਤੋਂ ਕਰਦੇ ਹੀ ਆਇਆ ਵਿਚਾਰੇ। ਜਿੰਨਾ ਕਿਸੇ ਨੂੰ ਗਿਆਨ ਹੋਇਆ, ਹਠ ਯੋਗ ਤਪ ਯੋਗ, ਪਰ ਉਹ 'ਚੋਂ ਗਿਆਨ ਨਹੀਂ ਪੈਦਾ ਹੋਇਆ। ਅੱਗੇ ਵੀ ਆਪਾਂ ਨੂੰ ਆ ਜਾਣਾ ਸੁਖਮਨੀ ਸਾਹਿਬ ਦੇ ਵਿੱਚ, ਭੇਖ ਅਨੇਕ ਅਗਰ ਨਹੀਂ ਬੂਝੇ ਕੋਟ ਅਪਾ ਦਰਗੇ ਨਹੀਂ ਸੀ ਜੀ। ਕਰੋੜਾਂ ਉਪਾਅ ਕਰਨ ਨਾਲ, ਕਰਮ ਕਰਨ ਨਾਲ, ਭੇਖ ਕਰਨ ਨਾਲ ਤ੍ਰਿਸ਼ਨਾ ਨਹੀਂ ਬੁਝਦੀ, ਸੋਝੀ ਨਹੀਂ ਹੁੰਦੀ ਦਰਗਾਹ ਦੀ। ਸੋਝੀ ਤਾਂ ਗੁਰ ਸ਼ਬਦ 'ਚੋਂ ਹੋਣੀ ਸੀ। ਆਪਾਂ ਕਹਿੰਦੇ ਵੀ ਇਹ ਧੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ, ਪਰ ਮੰਨਦੇ ਨਹੀਂ ਹੈਗੇ ਕਿ ਸਾਨੂੰ ਸੱਚ ਦਾ ਗਿਆਨ ਨਹੀਂ ਹੈਗਾ। ਤਾਂ ਨਹੀਂ ਮਨ ਮੰਨਦਾ। ਮਨ ਜਦ ਮੰਨਦਾ ਜਦੋਂ ਇਹਨੂੰ ਗੁਰ ਸ਼ਬਦ 'ਚੋਂ ਗਿਆਨ ਹੁੰਦਾ ਹੈ। ਉਹ ਕਿਰਪਾ ਰਹਿਮਤ ਤੋਂ ਬਿਨਾਂ ਨਹੀਂ ਹੁੰਦਾ। ਉਹੀ ਤਾਂ ਕਿਰਪਾ ਲੈਣੀ ਸੀ ਆਪਾਂ। ਅਨਕ ਪ੍ਰਕਾਰ ਕੀਏ ਬਹੁ ਯਤਨਾ ਪੁੰਨ ਦਾਨ ਹਉਮੈ ਬਹੁ ਰਤਨਾ। ਅਨੇਕਾਂ ਪ੍ਰਕਾਰ ਦੇ ਯਤਨ ਦੱਸੇ, ਆਪਾਂ ਵੀ ਕਰਦੇ ਰਹੇ ਔਰ ਕਰਦੇ ਰਹਾਂਗੇ ਜਦ ਤੱਕ ਸਾਨੂੰ ਕਿਰਪਾ ਰਹਿਮਤ ਨਹੀਂ ਹੁੰਦੀ, ਗੁਰ ਸ਼ਬਦ ਦਾ ਗਿਆਨ ਨਹੀਂ ਹੁੰਦਾ। ਪੁੰਨ ਦਾਨ ਹਉਮੈ ਬਹੁ ਰਤਨਾ। ਅਨੇਕਾਂ ਤਰ੍ਹਾਂ ਦੇ ਪੁੰਨ ਦਾਨ ਦੀ ਵਿਧੀਆਂ ਦੱਸੀਆਂ ਜਾਂਦੀਆਂ ਨੇ, ਉਹ ਆਪਾਂ ਕਰਦੇ ਹਾਂ, ਹੁਣ ਵੀ ਕਰੀ ਜਾਂਦੇ ਹਾਂ। ਪਰ ਉਹ ਤਾਂ ਛੁਟਕਾਰਾ ਪਾਉਣਾ। ਸਾਰਾ ਕੁਛ ਤਾਂ ਕੁਦਰਤ ਨੇ ਬਣਾਇਆ ਭਾਈ। ਕੌਣ ਬਸਤ ਆਈ ਤੇਰੇ ਸੰਗ, ਅੱਗੇ ਆਪਾਂ ਨੂੰ ਆ ਜਾਣਾ ਸੁਖਮਨੀ ਸਾਹਿਬ ਦੇ ਵਿੱਚ। ਕੀ ਲੈ ਕੇ ਆਇਆ ਜੀ? ਸਾਰਾ ਕੁਛ ਤਾਂ ਉਹਨੇ ਬਣਾਇਆ ਇਹਦੀ ਖਾਤਰ। ਪਰ ਸਾਨੂੰ ਸੱਚ ਦਾ ਗਿਆਨ ਨਾ ਹੋਣ ਕਰਕੇ ਸਾਡੇ ਅੰਦਰ ਹੰਕਾਰ ਜ਼ਰੂਰ ਪੈਦਾ ਹੋ ਜਾਂਦਾ। ਜੋ ਅਸੀਂ ਸੰਪਤ ਜੋ ਦੇਖਦੇ ਹਾਂ, ਜਿੰਨੀ ਸਾਨੂੰ ਮਿਲਦੀ ਹੈ, ਉਹਦਾ ਹੰਕਾਰ ਜ਼ਰੂਰ ਹੋ ਜਾਂਦਾ ਵਾ। ਹਠ ਯੋਗ ਤਪ ਯੋਗ ਚੋਂ ਵੀ ਹੰਕਾਰ ਪੈਦਾ। ਗਿਆਨ ਨਹੀਂ ਸਾਨੂੰ ਹੁੰਦਾ। ਗਿਆਨ ਗੁਰ ਸ਼ਬਦ 'ਚੋਂ ਹੁੰਦਾ। ਫਿਰ ਸਾਨੂੰ ਸਮਝ ਆਉਂਦੀ ਹੈ ਵੀ ਜੋ ਅਸੀਂ ਕਰਮ ਕਰਦੇ ਸਾਰਾ ਕੁਛ ਤਾਂ ਉਹਦੀ ਕਿਰਪਾ ਹੈ। ਉਹੀ ਸਤਿਗੁਰ ਸਮਝਾਉਂਦੇ ਨੇ ਸਰੀਰ ਕਟਾਏ ਹਉਮੈ ਕਰ ਰਾਤੀ ਵਰਤ ਨੇਮ ਕਰੇ। ਬਹੁ ਭਾਂਤੀ ਅਨੇਕਾਂ ਤਰ੍ਹਾਂ ਦੇ ਵਰਤ ਵਿਧੀਆਂ ਉਹ ਆਪਾਂ ਵਿਚਾਰੀਆਂ ਹੀ ਨੇ। ਇਹਨੂੰ ਜ਼ਿਆਦਾ ਵਿਚਾਰਨ ਦੀ ਲੋੜ ਨਹੀਂ ਹੈਗੀ। ਆਪਾਂ ਕੀ ਕਰਨਾ ਹੈ? ਫਾਸਨ ਕੀ ਵਿਧ ਸਭ ਕੋ ਜਾਣੇ ਛੁੱਟਣ ਕੀ ਕੋਈ। ਫਸਣ ਦੀ ਤਾਂ ਸਾਰੇ ਹੀ ਜਾਣਦੇ ਆਪਾਂ। ਉਹਦੀ ਵਿਧੀ ਆਪਾਂ ਕੀ ਸਮਝਣਾ, ਕਿਵੇਂ ਛੁੱਟੀਏ? ਉਹ ਗੁਰਮਤਿ ਹੈ, ਉਹ ਆਪਾਂ ਲੈਣੀ ਹੈ। ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ ਇਹਦੀ ਪ੍ਰਾਪਤੀ ਕਰਨੀ ਹੈ। ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ। ਇੱਕ ਵਾਰੀ ਇਹ ਸਮਝਣਾ ਆਪਾਂ। ਸਾਡਾ ਸਾਰਾ ਜੀਵਨ ਲੱਗ ਜਾਂਦਾ। ਸਾਨੂੰ ਐਂ ਲੱਗਦਾ ਬਹੁਤ ਟਾਈਮ ਪਿਆ। ਨਹੀਂ ਭਾਈ, ਔਧ ਘਟੇ ਦਿਨ ਸਰਣ ਆਰੇ ਮਨ ਮਿਲ ਗੁਰ ਕਾ ਸਵਾਰੇ। ਸਭ ਤੋਂ ਪਹਿਲਾਂ ਸਾਡਾ ਗੁਰ ਨਹੀਂ ਰਾਬਤਾ ਹੋਣਾ ਵਾ, ਗੁਰ ਭਾਵ ਸ਼ਬਦ ਗਿਆਨ। ਫਿਰ ਸਾਨੂੰ ਸਾਰੀ ਇਹ ਖੇਲ ਸਮਝ ਆਉਣੀ ਆ। ਉਹੀ ਸਤਿਗੁਰ ਸਮਝਾਉਂਦੇ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ। ਇੱਕ ਵਾਰੀ ਗੁਰਮੁਖਾਂ ਦਾ ਨਾਮ ਬਾਣੀ ਸਮਝਣੀ ਆਪਾਂ। ਭਗਤ ਗੁਰੂ ਸਾਹਿਬਾਨਾਂ ਨੇ ਆਪਦੇ ਸਮੇਂ ਅਨੁਸਾਰ ਸੰਸਾਰ ਨੂੰ ਦਿੱਤੀ। ਆਪਾਂ ਉਹ ਪ੍ਰਾਪਤੀ ਕਰਨੀ ਹੈ, ਜਿਹਦੀ ਖਾਤਰ ਆਪਾਂ ਨੂੰ ਮਨੁੱਖਾ ਦੇਹੀ ਮਿਲੀ ਹੈ। ਫਿਰ ਸਾਨੂੰ ਨਾਮ ਦੀ ਸਮਝ ਆਉਣੀ ਹੈ। ਗੁਰ ਸ਼ਬਦ ਦੇ ਗਿਆਨ ਤੋਂ ਬਾਅਦ ਫਿਰ ਸਾਡੇ ਅੰਦਰ ਨਾਮ ਦੀ ਭੁੱਖ ਪੈਦਾ ਹੋਣੀ ਹੈ। ਆਪਾਂ ਰਹਿ ਰਸ ਪੜ੍ਹਦੇ ਹਾਂ ਰੋਜ਼। ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀਏ ਦੁੱਖ। ਉਹ ਨਾਮ ਦੀ ਭੁੱਖ ਦੇ ਵਿੱਚ ਸਾਡੇ ਸੰਸਾਰੀ ਦੁੱਖ ਤਾਂ ਸਾਨੂੰ ਭੁੱਲ ਹੀ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਹੈਗਾ। ਉਹਦੀ ਭੁੱਖ ਦੇ ਵਿੱਚ ਹੀ ਇੰਨੀ ਸ਼ਕਤੀ ਹੈ। ਫਿਰ ਉਹ ਕੁਦਰਤ ਐਡੀ ਵੱਡੀ ਜਿਹਦਾ ਅਸੀਂ ਵਿਰੋਧ ਕਰਦੇ ਹਾਂ, ਫਿਰ ਇਹ ਮਨ ਛੱਡ ਜਾਂਦਾ ਹੈ।
ਫਿਰ ਕਾਹਦੀ ਅਰਦਾਸ ਕਰਦਾ ਹੈ? ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਏ, ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਤਾਂ ਭਾਈ ਨਾਮ ਹੈ। ਨਾਮ ਤੱਕ ਅਸੀਂ ਪਹੁੰਚਣਾ ਕਿਵੇਂ ਹੈ, ਇਹ ਸਾਨੂੰ ਬਾਣੀ ਵਿੱਚ ਸਮਝਾਇਆ ਗਿਆ ਵਾ। ਬਾਰ-ਬਾਰ ਮਾਇਆ ਦੇ ਉਪਦੇਸ਼ ਦੇ ਕੇ ਆਪਾਂ ਨੂੰ ਸਮਝਾਇਆ ਗਿਆ। ਸੰਤ ਕੇ ਚਰਨ ਧੋਏ ਧੋਏ ਪੀਓ, ਸੰਤ ਕਾ ਮਾਰਗ ਹੈ ਭਾਈ। ਅਤਰੀਬ ਦੁਨੀਆ ਨੂੰ ਆਪਾਂ ਜਾਣਾ ਵਾ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਬੜਭਾਗੀ ਪਾਵੇ। ਇਹ ਪੌੜੀ ਗਿਆਨ ਅਸੀਂ ਆਪਾਂ ਚੜ੍ਹਨੀ ਹੈ, ਇਹ ਮਾਰਗ 'ਤੇ ਚੱਲਣਾ, ਫਿਰ ਆਪਾਂ ਨੂੰ ਇਹ ਪ੍ਰਾਪਤੀ ਹੋਣੀ ਹੈ। ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰੀਏ, ਇਹ 'ਚੋਂ ਗੁਰਸਬਦ 'ਚੋਂ ਆਪਾਂ ਨੂੰ ਗਿਆਨ ਪ੍ਰਾਪਤ ਹੋਊ। ਗਿਆਨ ਨਾਲ ਫਿਰ ਆਪਣਾ ਮਨ ਟਿਕੂ, ਗਿਆਨ ਕਾ ਬੱਧਾ ਮਨ ਰਹੇ। ਆਪਾਂ ਗੁਰ ਸ਼ਬਦ ਨਾਲ ਹੀ ਵਿਚਾਰ ਕਰਨੀ ਹੈ। ਬਾਹਰਲੀ ਜਿਹੜੀ ਆਪਣੀ ਬਾਣੀ ਹੈ, ਸੰਸਾਰੀ ਮੱਤਾਂ ਨੇ, ਇਹ ਨਹੀਂ ਵਿੱਚ ਲੈਣੀ। ਆਪਾਂ ਸਿਰਫ ਗੁਰ ਕਾ ਸ਼ਬਦ ਭਾਵ ਗੁਰੂ ਦਾ ਉਪਦੇਸ਼, ਇਹਦੇ ਨਾਲ ਹੀ ਵਿਚਾਰ ਕਰਨੀ ਹੈ। ਇਹ ਚਾਰ ਪਦਾਰਥ ਆਪਾਂ ਨੂੰ ਤਾਂ ਪ੍ਰਾਪਤ ਹੋਣਗੇ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨੇ ਟਿਕਣਾ ਨਹੀਂ। ਇਹ ਸਾਨੂੰ ਪਦਾਰਥਾਂ ਦੀ ਪ੍ਰਾਪਤੀ ਨਹੀਂ ਹੋਣੀ। ਆਓ ਸਾਰੇ ਮਿਲ ਕੇ ਉਹਨੂੰ ਵਿਚਾਰਦੇ ਰਹੀਏ। ਇਹ ਚਾਰੇ ਪਦਾਰਥਾਂ ਦੀ ਪ੍ਰਾਪਤੀ ਕਰਕੇ ਆਪਾਂ ਉਹਦੀ ਭਗਤੀ ਕਰਕੇ ਆਪਦੇ ਘਰ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।